अकाल मूरत अजूनी सैभं गुर प्रसाद। महान दिवस मुहूर्त भले, जिसको नदर करे नानक मंगै दरसदान। कृपा करो हरे, बेदस महा रुति थिति वार भले। घड़ी मुहत पल साचे आए, सहज मिले। सतनाम वाहिगुरु साहिब जियो। 12 महा मांझ महला पंजवा। घर चौथा एक ओंकार सतगुर प्रसाद। आषाढ़ तपंदा तिस लगै, हर नाह ना जिन्हा पास। जग जीवन पुरख त्याग कै, मानस संधियास। आषाढ़ तपंदा तिस लगै, हर नाह ना जिन्हा पास। जग जीवन पुरख त्याग कै, मानस संधियास। दुए पाए विगुचियै, गल पईस जम की फास। जेहा बीजै सो लुणै, मथै जो लिखियास। रैन विहाणी पछुताणी, उठ चली गई निरास। जिनको साधु भेटियै, सो दरगह हुए खलास। कर कृपा प्रभ अपनी, तेरे दर्शन हुए प्यास। प्रभ तुद बिन दूजा को नहीं, नानक की अरदास। आषाढ़ सुहंदा तिस लगै, जिस मन हर चरण निवास। प्रभ तुद बिन दूजा को नहीं, नानक की अरदास। आषाढ़ सुहंदा तिस लगै, जिस मन हर चरण निवास। वाहिगुरु जी का खालसा, वाहिगुरु जी की फतेह। जुगो जुग अटल शब्द सतगुरु, धन धन गुरु ग्रंथ साहिब जी। परिपूर्ण अकाल पुरख वाहिगुरु जी आप जियां दी अपार बख्शिश है। असीं मनुखी जीवन दे सफ़र नूं माण रहे हाँ। शाम समय
ਗੁਰਦੁਆਰਾ ਸਾਹਿਬ ਦਾ ਦੀਵਾਨ ਚੱਲ ਰਿਹਾ ਹੈ। ਇਸ ਵਿੱਚ ਅਜੇ ਹੁਣੇ ਹਰੀ ਜਸ ਕੀਰਤਨ ਸਮਾਪਨ ਹੋਇਆ ਹੈ। ਇਹ ਸਮਾਂ ਗੁਰਬਾਣੀ ਵਿਚਾਰਦਾ ਹੈ, ਜਿਸ ਤਰ੍ਹਾਂ ਕਿ ਆਪ ਵਾਕਫੀਅਤ ਰੱਖਦੇ ਹੋਵੋਗੇ, ਦੇਸੀ ਮਹੀਨਿਆਂ ਦੀ ਵੰਡ ਮੁਤਾਬਕ ਜੋ ਨਾਨਕਸ਼ਾਹੀ ਮੂਲ ਕੈਲੰਡਰ ਹੈ, ਉਹਦੇ ਅਨੁਸਾਰ ਅੱਜ ਤੋਂ ਹਾੜ ਦੇ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ। ਸਾਡੀ ਇੱਕ ਰਵਾਇਤ ਹੈ ਕਿ ਜਦੋਂ ਦੇਸੀ ਮਹੀਨਾ ਪ੍ਰਾਰੰਭ ਹੁੰਦਾ ਹੈ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਰਚਨਾ 12ਵਾਂ ਹੈ, ਖਾਸ ਕਰਕੇ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਦੁਆਰਾ ਦਿੱਤਾ ਗਿਆ ਉਪਦੇਸ਼, ਉਹਦਾ ਪਾਠ ਕਰਦੇ ਹਾਂ, ਪਾਠ ਸੁਣਦੇ ਹਾਂ। ਜਿੱਥੇ ਕਿਤੇ ਸਮਾਂ ਬਣਦਾ ਹੈ, ਜੋ ਉਸ ਮਹੀਨੇ ਦੇ ਸਿਰਨਾਵੇਂ ਨਾਲ ਰਿਲੇਟਡ ਪਤਾ ਹੁੰਦਾ ਹੈ, ਉਹਦਾ ਵਿਆਖਿਆਨ, ਉਹ ਸਪੈਸੀਫਿਕਲੀ ਉਹਦੀ ਵਿਵੇਚਨਾ ਉਸ ਰੂਪ ਵਿੱਚ ਹੁੰਦੀ। ਸੋ ਉਸੇ ਹੀ ਰਿਵਾਇਤ ਦੇ ਮੁਤਾਬਕ ਜੋ ਅੱਜ ਪਹਿਲੀ ਹਾੜ ਬਣਦੀ ਹੈ, ਆਪ ਜੀ ਨੇ ਇਸ ਪਾਵਨ ਬਚਨ ਦਾ ਪਦੇ ਦਾ ਪਾਠ ਸਰਵਣ ਕੀਤਾ ਹੈ। ਅਗਲੇਰੇ ਬਣਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਅਸੀਂ ਵਿਚਾਰ ਕਰਾਂਗੇ। ਜੇ ਦੇਖਿਆ ਜਾਏ ਤੇ ਆਪਣੇ ਦੇਸੀ ਕੈਲੰਡਰ ਮੁਤਾਬਕ ਜਿਹੜਾ ਹਾੜ, ਇੱਥੇ ਆਸਾੜ ਲਿਖਿਆ ਹੈ, ਪਰ ਆਮ ਦੇਸੀ ਭਾਸ਼ਾ 'ਚ ਅਸੀਂ ਹਾੜ ਕਹਿ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਟਾਈਟਲ ਆਸਾੜ ਆਉਂਦਾ ਹੈ। ਜਿਹੜਾ ਹਾੜ ਦਾ ਮਹੀਨਾ ਹੈ, ਇਹ ਚੌਥਾ ਮਹੀਨਾ ਆ, ਪਰ ਜਦੋਂ ਅਸੀਂ 12ਵਾਂ ਰਚਨਾ ਪੜ੍ਹਦੇ ਹਾਂ ਤਾਂ 5ਵਾਂ ਪਦਾ ਹੈ। ਉਹਦਾ ਰੀਜ਼ਨ ਇਹ ਹੈ ਕਿ ਇਸ ਰਚਨਾ ਦਾ ਸਿਰਨਾਵਾਂ ਜ਼ਰੂਰ 12ਵਾਂ ਹੈ, ਪਰ ਪਦੇ 12 ਨਹੀਂ ਗੇ, ਪਦੇ 14 ਨੇ। 2 ਪਦੇ ਐਕਸਟਰਾ ਨੇ, ਇੱਕ ਸ਼ੁਰੂ ਵਿੱਚ, ਇੱਕ ਅਖੀਰ ਦੇ ਵਿੱਚ। ਜੋ ਸ਼ੁਰੂ ਵਿੱਚ ਆ ਉਹਨੂੰ ਅਸੀਂ ਇੰਟਰੋਡਕਟਰੀ ਸਟੈਂਜਾ ਕਹਿੰਦੇ ਹਾਂ, ਭਾਵ ਉਹ ਉਪਮੇय ਜੋ ਲਿਟਰਲੀ ਭਾਸ਼ਾ ਹੈ ਉਹਦੇ ਵਿੱਚ ਉਹਦਾ ਪਦਾ ਹੈ। ਅਤੇ ਜੋ ਲਾਸਟ ਵਾਲਾ ਹੈ ਉਹ ਉਪਸੰਹਾਰ ਦਾ ਹੈ, ਜਿਹਨੂੰ ਅਸੀਂ ਕਨਕਲੂਸ਼ਨ ਦਾ ਸਟੈਂਜਾ ਕਹਿ ਸਕਦੇ ਹਾਂ। ਵਿਚਲੇ 12 ਪਦੇ 12 ਮਹੀਨਿਆਂ ਦੇ ਸਿਰਨਾਵੇਂ ਨਾਲ ਆਉਂਦੇ ਨੇ। ਅਕਸਰ ਜਦੋਂ ਕਿਤੇ ਮਹੀਨੇ ਬਾਅਦ ਅਸੀਂ ਦੇਸੀ ਮਹੀਨੇ ਦੀ ਪ੍ਰਾਰੰਭਤਾ ਦੇ ਨਾਲ ਇਸ ਰਚਨਾ ਦੇ ਉੱਤੇ ਝਾਤ ਪਾਉਂਦੇ ਹਾਂ, ਅਤੇ ਗੱਲ ਹੁੰਦੀ ਹੈ ਕਿ 12ਵਾਂ ਰਚਨਾ ਇੱਕ ਪੰਜਾਬੀ ਫੋਕਲੋਰ ਦਾ ਬਹੁਤ ਪੁਰਾਣਾ ਰੂਪ ਹੈ। ਪੰਜਾਬ ਦੀ ਫਿਜ਼ਾਂ ਦੇ ਵਿੱਚ ਇਹਨੂੰ ਔਸੀਆਂ ਦੇ ਗੀਤ ਦੇ ਰੂਪ ਵਿੱਚ ਵੀ ਯਾਦ ਕੀਤਾ ਜਾਂਦਾ ਸੀ। ਖਾਸ ਕਰਕੇ ਬਿਰਹਣੀ ਇਸਤਰੀਆਂ, ਸਵਾਣੀਆਂ, ਜਿਨ੍ਹਾਂ ਦੇ ਕੰਠ ਕਿਤੇ ਪਰਦੇਸੀ ਚਲੇ ਗਏ, ਦੂਰ ਚਲੇ ਗਏ, ਉਹ ਆਪਣੇ ਮਨ ਦੇ ਵਲਵਲਿਆਂ ਨੂੰ, ਉਸ ਅੰਦਰ ਦੇ ਅਹਿਸਾਸਾਂ ਨੂੰ ਜਿਸ ਲੋਕ ਆਭਾਸ ਦੇ ਨਾਲ ਬਾਹਰ ਉਜਾਗਰ ਕਰਦੀਆਂ ਸੀਗੀਆਂ, ਉਹਨੂੰ 12ਵਾਂ ਕਿਹਾ ਜਾਂਦਾ ਸੀ। 12ਵਾਂ ਦੇ ਗੀਤ। ਜਿਸ ਵਕਤ ਗੁਰੂ ਸਾਹਿਬ ਪੰਜਾਬ ਦੀ ਫਿਜ਼ਾਂ ਦੇ ਵਿੱਚ, ਉਸ ਗਿਵਨ ਜੋਗ੍ਰਾਫੀਕਲ ਏਰੀਆਜ਼ ਦੇ ਵਿੱਚ, ਜਿੱਥੇ ਗੁਰੂ ਸਾਹਿਬ ਨੇ ਉਸ ਖਾਲਿਸ ਮਨੁੱਖ ਦੀ ਇੱਕ ਲੈਬ ਦੀ ਤਰ੍ਹਾਂ ਯੂਜ਼ ਕੀਤਾ, ਜਿਹਨੂੰ, ਜਿੱਥੇ ਅਸੀਂ ਉਸ ਖਾਲਿਸ ਸਕੂਲ ਆਫ ਥਾਟ ਨੂੰ, ਉਸ ਨੂੰ ਅਸੀਂ ਉਪਜਦਿਆਂ ਵੇਖਦੇ ਹਾਂ, ਪਨਪਦਿਆਂ ਵੇਖਦੇ ਹਾਂ। ਮਹਾਰਾਜ ਉੱਥੋਂ ਦੇ ਸਾਰੇ ਕਲਚਰ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਪੋਇਨੀਰ ਕਰਦੇ ਨੇ। ਉਹਦੇ 'ਚ ਲੈਂਗੁਏਜ ਆ, ਉਹਦੇ 'ਚ ਕਲਚਰ ਦੀ ਹਰ ਇੱਕ ਲੇਅਰ ਆ, ਇਸ ਤਰ੍ਹਾਂ ਕਹਿ ਲਓ। ਅਤੇ ਫੋਕ ਫਿਰ ਉਹਦੇ ਤੋਂ ਕਿਵੇਂ ਅਛੋਪਲੇ ਰਹਿ ਸਕਦਾ ਸੀਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਬੜੇ ਧਿਆਨ ਨਾਲ ਦੇਖੋਗੇ ਨਾ, ਜਿਹੜਾ ਪੰਜਾਬੀ ਲੋਕ ਕਾਫੀਆ ਆ, ਲੋਕ ਮੁਹਾਜ ਆ ਸਾਰੇ ਦਾ ਸਾਰਾ, ਜਿਹਨੂੰ ਤੁਸੀਂ, ਜਿਹਦੇ ਬੇਸ ਦੇ ਉੱਤੇ ਤੁਸੀਂ ਇੱਕ ਐਂਥਰੋਪੋਲੋਜਿਸਟ ਨੂੰ ਵੇਖਦੇ ਹੋ ਕਿ ਜਦੋਂ ਵਿਖਾਉਂਦੇ ਨੇ ਸਭ ਕਲਚਰਸ ਦੇ ਬਾਰੇ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਾਬ ਦੀਆਂ ਫੋਕ ਵਿਧਾਵਾਂ 'ਤੇ ਹੋਈ ਹੈ। ਜਿਵੇਂ ਵਾਰਾਂ ਨੇ, ਜਿਵੇਂ ਛੰਤ ਨੇ, ਜਿਵੇਂ ਅਲਾਹਣੀਆਂ ਨੇ, ਜਿਵੇਂ ਘੋੜੀਆਂ ਨੇ, ਸੋਹਿਲਾ ਸੁਹਾਗ ਦੇ ਗੀਤ ਨੇ, ਦਿਨ ਰੈਣ ਆ। ਤੁਸੀਂ ਦੇਖੋ ਸਾਰੇ ਟਾਈਟਲ ਨੇ ਬਾਣੀ ਦੇ।
सो इसे विच ही 12वां रचना भी दर्ज की गई है। ਇਹਦੇ अंदर जिवें बिरहणी इस्त्री की वेदन होंदी है, सो साडी जीवात्मा की एक बिरहा की पीड़ा आ, जो असी उस परम सच तो विछड़ के मनुखी जीवन दे विच तड़पदे हाँ, रोंदे हाँ, उस सारे नूं बयान किया गया है। जदों किते इस विछोड़े का एहसास भी आउंदा है, फिर वो जिहड़ी कसक पीड़ा आ वो अपने एक्सट्रीम लैवल ते जांदी है। ਉਹਦਾ भी जिक्र है ये असी शुरुआती पदे च पढ़ लेने भी तेन दुध ते बाहरी कितै न आवै काम जल बिन साह कुमलावती उपजै ना ही दाम। वो सारा रंग उस तरीके नाल आ रहा, मगर फिर भी जिहड़ी आस की किरण आ बड़े ऑप्टिमिस्टिक वे दे नाल कि साडा विछोड़ा पै गया, मलाप होएगा, महाराज उन्होंने भी नाल नाल कैरी ऑन कर दे। जेठ जुड़न दा लोड़ी है जिस अग्गै सब निवन, ਉਹਦੇ ਨਾਲ जुड़न की इच्छा रखी है पिछले महीने च, जिहदे कि सारी कायनात निवी हुई है। महाराज इस पदे दे विच फिर अगला रंग बयान करते हुण जो आसाड़ या हाड़ का महीना उस रुत के मुताबिक आ। अक्सर कहा जाता है 4 रुतां बनदियां ने, पर जे असीं अपने उस भारती खिते दे ते खास करके नॉर्दन ईस्टर्न साइड में देखते हैगे आ, उत्थे 6 रुतां आउंदियां ने। मतलब जे एक गर्मी रुत आ तो कल्ली गर्मी नहीं, एक एक्सट्रीम गर्मी की रुत भी है। मतलब सिर्फ एक तो ग्रीष्म ऋतु जिन्हों कह देंगे ने उन्नी क बनी, फिर एक बिल्कुल उस लैवल ते जिवें तुसीं देखते हो जेठ तो हाड़ वाले पासे जो असीं अगले पासे वधदे हाँ, गर्मी की कोई इंतहा थोड़ा रह जाती है। हुम्मस जिस तरीके दे नाल आउंदा है चढ़ के, बंदे नूं उहदे विच लगदा है कि काहदा जिउणा ही बंदे नूं दूबर लगदा उस रूप दे विच। हाड़ दे जदों तप चलते ने उस तरीके नाल लूआं हुम्मस सब बंदे दी जान निकलती है, उन्होंने लगता कि मैनू मतलब मेरे लिए मुश्किल हो रहा है। गुरु बाबा जी उस मैटाफोर ने इत्थे यूज़ करते, कहते जो तपदा है, जो तपश पैंदी है, देखो शरीर आ इनू तपश पएगी, इनू उस रूप में मुश्किल आएगी, ये लिए बर्दाश्त करनी मुश्किल हो जाए, कठिन हो जाएगी। पर सच ये है जे मन का लैवल तो खास करके अध्यात्मी तल ते क्या जाए तो आत्मक पद्धर बंदे का बहुत वधिया आ जाए, एक उहदी अपलिफ्टिंग हो जाए, बाहर की गर्मी भी कई बार बंदे नूं तपा नहीं सकती, तंग नहीं करती। हुण इहनूं असीं अज दी मॉडर्न साइंस च इस तरह बयान करते हैं कि जे साडे अंदर साडियां फीलिंग्स चंगियां ने, स्पैशली जिवें कोई बंदा पीड़ा विच है, वेदन विच है, दुख विच है, उन्होंने कोई चंगी खबर सुना दिओ होएगा कि एकदम रिवार्ड बेस्ड फीलिंग जिहड़ी हैगी वो आनी शुरू हो जाएगी। उस दुख च भी खुशी का एहसास होना शुरू हो जाएगा। जस्ट एक न्यूज़ ही है, और तो कुछ भी नहीं भी आ फलां काम हो गया इन्ने नाल। सो इस एहसास दे विच ही खुशी का दामन बंदे का अंदर का मन संभाल लैंदा है। तो जे बंदे ने एक वड्डी पिक्चर समझ आ जाए ज्ञान के पद्धर तो, सोझी के पद्धर तो, सुरतो दी एक वड्डी पींग का हुलारा ले, समझे इस सारे जीवन के रंग नूं, इस सारे नूं, ते बंदे उस तरीके नाल उस रूप च बंदा बिहेव करना शुरू कर दे, तो डेफिनेटली जड़ियाँ मौसम का बदलना, आले दुआले दे थोड़ी बहुती सिचुएशन चेंजिस विच आने, ये बंदे नूं दुखी थोड़ा करनगे। अज की तारीख च कह लवो तो चलो आसाड़ दे तो बंदे का तो बहुता नहीं साडे लोकां नूं पता, जिहड़े असीं नॉर्थ अमेरिका च रह रहे हैं बहुते, पर बोर्डम वी आर गेटिंग बोर्ड। बंदा माड़ी माड़ी गल पिछे कही जाता है, बोर हो रहे हैं जी, कुछ भी नहीं जी, ये की है, इट्स ए स्टेट ऑफ माइंड, नथिंग एल्स। जे बंदा इस सारे दे विच ये एहसास करे कि साह चल रहा है, जीवन बतीत हो रहा है, जीवन च एनर्जी है, सफुर्ती है, इतना कुछ है, हर पल हर समा मेरे वास्ते नवा आ, कुछ नवा करन दा मेरे सामने मौका आ, मैं सारे उत्ते इस तरीके नाल अपने आप नूं जिहड़ा हैगा अग्रसर करां, इहदे उत्ते एफर्ट्स पावां, उही जिहड़ी सुखद फीलिंग आ उहनूं बंदा एक उहदा कॉन्टीनम इंजॉय कर सकदा। ते फिर काली फेक नहीं होएगा, क्योंकि इहदे नाल इस एनर्जी नूं तुसीं कन्वर्ट करोगे एक्शन दे विच, तुसीं उस उन्हां थॉट्स नूं एग्जीक्यूट करोगे,
ਜਿਵੇਂ ਜਿਵੇਂ ਮੈਨੀਫੈਸਟ ਹੋਣਾ ਸ਼ੁਰੂ ਹੋਏਗਾ ਸਾਰਾ ਕੁਝ, ਰਿਜ਼ਲਟ ਪ੍ਰੋਡਿਊਸ ਹੋਣੇ ਸ਼ੁਰੂ ਹੋਣਗੇ। ਉਹ ਫਿਰ ਰਿਜ਼ਲਟਸ ਜਿਹੜੇ ਨੂੰ ਡੈਫੀਨੇਟਲੀ ਕਿਉਂ ਨਹੀਂ ਖੁਸ਼ਨੁਮਾ ਅਹਿਸਾਸ 'ਚ ਲੈ ਕੇ ਜਾਣਗੇ। ਇਸ ਸਾਰੇ ਦੇ ਵਿੱਚ ਜਿਹੜੀ ਚੀਜ਼ ਚਾਹੀਦੀ ਹੈ ਉਹ ਹੈ ਬੰਦੇ ਨੂੰ ਸਪਿਰਿਚੁਅਲ ਅੰਗੇਜਮੈਂਟ ਹੋਏ, ਉਹਦੀ ਇੱਕ ਅੰਦਰ ਦੀ ਰੂਹਾਨੀ ਲਗਨ ਹੋਏ। ਗੁਰੂ ਬਾਬਾ ਜੀ ਵਿੱਚ ਬਿਆਨ ਕਰਦੇ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿਨਾਹ ਪਾਸ। ਜਿਨ੍ਹਾਂ ਦੇ ਕੋਲ ਨਾਹ ਨਹੀਂ, ਨਾਹ ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ ਗਿਆ ਹੈ, ਨਾਹ ਵੈਸੇ ਪਤੀ ਨੂੰ ਕਿਹਾ ਜਾਂਦਾ ਆਮ ਸਾਦੀ ਭਾਸ਼ਾ ਦੇ ਵਿੱਚ। ਅਤੇ ਇਹਦੇ ਅੰਦਰ ਜੇ ਤੁਸੀਂ ਇਹਦੀ ਰੂਟ ਵਿੱਚ ਜਾਓਗੇ ਇਸ ਵਰਡ ਦੇ, ਤੇ ਇਹਦਾ ਮਤਲਬ ਹੈ ਨੇਹ। ਨਾਹ ਨਾਲ ਨੇਹ ਹੁੰਦਾ, ਖਲੂਸ, ਮੁਹੱਬਤ, ਪਿਆਰ, ਸਨੇਹਤਾ। ਜਿਹੜੀ ਇਹ ਸਨੇਹਤਾ ਆ, ਰੱਬ ਦੇਖੋ ਉਹਦੀ ਕੋਈ ਸ਼ਕਲ ਸੂਰਤ ਤੇ ਹੈ ਨਹੀਂ, ਕਿਸੇ ਨੇ ਐਵੇਂ ਤੇ ਵੇਖਿਆ ਨਹੀਂ ਗਾ। ਉਸ ਪਤੀ ਪ੍ਰਭੂ ਨੂੰ ਲੱਭਾਂਗੇ ਕਿਵੇਂ? ਅਸੀਂ ਸਵਈਏ ਪੜ੍ਹਦੇ ਹਾਂ, ਸੁਦਾ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਨਿਤਨੇਮ ਦੇ ਵਿੱਚ। ਉਹ ਜਦੋਂ ਉਹਨਾਂ ਦਾ ਮੁਕਾਮ ਮੁਕਾਉਣ ਵਾਲੇ ਪਾਸੇ ਆਉਂਦੇ ਨੇ ਬਾਬਾ ਜੀ, ਤੇ ਬਿਆਨ ਕੀ ਕਰਦੇ ਨੇ? ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਾ। ਇਸ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਬੱਚੇ ਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਹੋ, 10, 15, 50, 20 ਜਾਂ ਰੋਜ਼ ਸਿੱਖਿਆਵਾਂ ਦਿੰਦੇ ਹੋ, ਪਰ ਤੁਹਾਨੂੰ ਲੱਗਦਾ ਕਿ ਸਾਰੀਆਂ ਸਿੱਖਿਆਵਾਂ ਚੰਗੀਆਂ ਨੇ, ਪਰ ਇੱਕ ਚੀਜ਼ ਜਿਹੜੀ ਹੈ ਇਹ ਬਹੁਤ ਇੰਪੋਰਟੈਂਟ ਆ, ਇਹਦੇ ਤੋਂ ਬਿਨਾਂ ਇਹਦਾ ਗੁਜ਼ਾਰਾ ਨਹੀਂ ਹੋਣਾ। ਦੈਟ ਇਜ਼ ਏ ਕੀ ਥਿੰਗ ਫॉर ਦਿਸ ਇੰਡੀਵਿਜੂਅਲ। ਸੋ ਦੈਟ ਟਾਈਮ ਵੀ ਟਰਾਈ ਟੂ ਐਕਚੁਅਲੀ ਪੁੱਟ ਸਮ ਐਕਸਟਰਾ ਐਮਫਸਾਈਜ਼ ਔਨ ਦੈਟ ਟਾਕ। ਅਸੀਂ ਉਹਨੂੰ ਕਹਿੰਦੇ ਹਾਂ ਆਹ ਗੱਲ ਪੱਲੇ ਬੰਨ੍ਹ ਲੈ, ਆਹ ਧਿਆਨ ਨਾਲ ਸੁਣ ਲੈ। ਇੱਥੇ ਗੁਰੂ ਬਾਬਾ ਜੀ ਕੀ ਕਹਿੰਦੇ ਸੁਦਾ ਸਵਾਈਆਂ ਦੇ ਵਿੱਚ? ਮਹਾਰਾਜ ਕਹਿੰਦੇ ਸਾਚ ਕਹੂੰ। ਪਹਿਲਾਂ ਵੀ ਤੇ ਸੱਚ ਹੀ ਕਹਿ ਰਹੇ ਹੋ ਸਾਰਾ। ਪਹਿਲੇ ਸਵਈਏ ਦੀ ਪਹਿਲੀ ਪੰਕਤੀ ਤੋਂ ਕਿਹੜਾ ਝੂਠ ਗਿਆ? ਸਭ ਬਿਲਕੁਲ ਸੱਚ ਰੂਪ ਹੈ, ਬਾਣੀ ਸਾਰੀ ਸੱਚ ਹੈ। ਗੁਰੂ ਬਾਬਾ ਜੀ ਇਹ ਕਿਉਂ ਬਿਆਨ ਕਰ ਦਿਓ? ਇਸ ਕਰਕੇ ਤਾਂ ਕਿ ਸਾਨੂੰ ਜ਼ਿਆਦਾ ਉਹਦੀ ਇੰਪੋਰਟੈਂਸ ਦਾ ਪਤਾ ਲੱਗ ਸਕੇ। ਇਹ ਜਿਹੜਾ ਥਾਟ ਹੈ ਕਿੰਨਾ ਇੰਪੋਰਟੈਂਟ ਹੈ ਸਾਡੇ ਵਾਸਤੇ। ਸਾਚ ਕਹੂੰ ਸੁਣ ਲਿਹੋ ਸਭ ਹੈ। ਅਤੇ ਕੰਨਾ ਮੰਨਾ ਕੁਰ ਵਾਲੀ ਗੱਲ ਨਹੀਂ, ਜਸਟ ਮੈਂ ਤੁਹਾਨੂੰ ਜਿਹੜਾ ਹੈਗਾ ਸਪੈਸ਼ਲੀ ਐਕਸਕਲੂਸਿਵਲੀ ਦੱਸ ਰਿਹਾ ਵਾਂ। ਨੋ 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 ਨੋ, ਮੈਂ ਤਾਂ ਇਨਕਲੂਡ ਕਰ ਰਿਹਾ ਸਾਰਿਆਂ ਨੂੰ। ਇੱਥੇ ਸਾਰਿਆਂ ਵਾਸਤੇ ਰਚਨਾ ਇਹ ਬਾਤ ਹੈ। ਸਾਚ ਕਹੂੰ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਵਿੱਚ ਹੀ ਪ੍ਰਭੂ ਹੈ। ਹੁਣ ਇਹ ਪ੍ਰੇਮ ਦਾ ਮਾਇਨਾ ਨਾਹ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ 'ਚ ਨਿਹੋ ਨਹੀਂ ਗਾ। ਨਿਹੋ ਖਲੂਸ ਮੁਹੱਬਤ ਨੂੰ ਕਿਹਾ ਜਾਂਦਾ ਹੈ। ਜਿਹੜਾ ਪਿਆਰ ਦਾ ਰੰਗ ਆ, ਇਹ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨਾਲ ਹੁੰਦਾ ਆ। ਬੰਦਾ ਆਪਣੇ ਆਪੇ ਦੀ ਕੇਅਰ ਕਰੇ, ਧਿਆਨ ਦੇਵੇ, ਸੰਭਾਲੇ। ਫਿਰ ਇਕੱਲੇ ਆਪਣੇ ਆਪ ਨੂੰ ਨਹੀਂ, ਆਪਣੇ ਆਲੇ ਦੁਆਲੇ ਨੂੰ ਸੰਭਾਲੇ। ਬਹੁਤ ਸਭ ਦੇਖੋ ਤੁਸੀਂ ਇਸ ਰੂਪ ਦੇ ਵਿੱਚ, ਜਦੋਂ ਅਸੀਂ ਇਸੇ ਹੀ ਆਪਣੇ ਕਲਬੂਤ ਦੀ ਸੰਭਾਲ ਨਹੀਂ ਕਰਦੇ, ਲੋਕੀ ਪ੍ਰੋਪਰ ਫੂਡ ਨਹੀਂ ਇਨਟੇਕ ਕਰਦੇ, ਪ੍ਰੋਪਰ ਐਕਸਰਸਾਈਜ਼ ਨਹੀਂ ਕਰਦੇ, ਪ੍ਰੋਪਰ ਜਿਹੜਾ ਹੈਗਾ ਰਹਿਣ ਸਹਿਣ ਦਾ ਖਿਆਲ ਨਹੀਂ ਕਰਦੇ, ਚੋਇਸਿਸ ਪ੍ਰੋਪਰ ਨਹੀਂ ਬਣਾਉਂਦੇ ਇਹਦੇ ਵਾਸਤੇ। ਨਹੀਂ ਕਿੱਥੇ ਹੈ? ਹੁਣ ਇਸ ਹਾਲਤ ਵਿੱਚ ਬੰਦਾ ਕਹੇਗਾ ਕਿ ਮੈਨੂੰ ਦੁੱਖ ਆ ਰਿਹਾ, ਤਕਲੀਫ ਆ ਰਿਹਾ। ਭਾਈ ਧਿਆਨ ਦੇਖ, ਇਸ ਚੀਜ਼ ਦਾ ਧਿਆਨ ਰੱਖਣਾ, ਕੇਅਰ ਕਰਨੀ। ਅੱਜ ਅਸੀਂ ਬਾਤ ਕਰਦੇ ਹਾਂ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ, ਇਕੋਨਮੀ ਓਪਨ ਹੋ ਰਹੀ ਹੈ, ਚਾਰ ਚੁਫੇਰੇ ਚੀਜ਼ਾਂ ਹੋ ਰਹੀਆਂ ਨੇ, ਪਰ ਇਹਦੇ ਬਾਵਜੂਦ ਵੀ ਡਰ ਬਣਿਆ ਆ। ਕਿਉਂਕਿ ਮੈਂ ਬੀਤੇ ਕੱਲ੍ਹ ਵੀ ਕਿਹਾ ਸੀ ਕਿ ਪੈਂਡੈਮਿਕ ਇਜ਼ ਨੋਟ ਐਕਚੁਅਲੀ ਔਨ ਵੋਕੇਸ਼ਨ ਔਰ ਦੈਟ ਇਜ਼ ਨੋਟ ਗੋਇੰਗ ਅਵੇ। ਪੈਂਡੈਮਿਕ ਇਜ਼ ਸਟਿਲ ਹੈਪਨਿੰਗ ਐਵਰੀਵੇਅਰ। ਉਹ ਮਹਾਂਮਾਰੀ ਤਾਂ ਚੱਲ ਹੀ ਰਹੀ ਹੈ। ਉਹ ਤਾਂ ਉੱਥੇ ਕੋਵਿਡ ਥੋੜ੍ਹਾ ਚਲਾ ਗਿਆ। ਪਰ ਉਹਦੇ 'ਚ ਇਹ ਹੈ ਹਰ ਇੱਕ ਇੰਡੀਵਿਜੂਅਲ ਆਪਣੀ ਕੇਅਰ ਆਪ ਕਰੇ। ਜਿਹੜਾ ਇਹ ਰੂਪ ਆ, ਕਿਉਂਕਿ ਮੈਂ ਆਪਣੀ ਕੇਅਰ ਕਰਨੀ ਹੈ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਕਰਨਾ ਹੈਗਾ, ਹਾਈਜੀਨ ਦਾ ਖਿਆਲ ਕਰਨਾ ਹੈਗਾ, ਜਿੱਥੇ ਕਿਤੇ ਕੰਟੈਮੀਨੇਸ਼ਨ ਹੈ ਉਸ ਰੂਪ ਵਿੱਚ ਆਪਣੇ ਆਪ ਨੂੰ ਬਚਾਉਣਾ। ਸਭ ਚੀਜ਼ਾਂ ਇਹ ਨੇਹ, ਇਹਦਾ ਤਸੱਵੁਰ ਆ। ਫਿਰ ਇਹਦੇ ਨਾਲ ਹੀ ਦੂਸਰਿਆਂ ਦਾ ਇਸ ਰੂਪ ਵਿੱਚ ਤਸੱਵੁਰ ਬੰਦਾ ਧਿਆਨ ਦੇ। ਦੋਵਾਂ ਰੂਪਾਂ 'ਚ ਕੀ ਹੋਏਗਾ? ਭਾਵੇਂ ਜਿੰਨਾ ਮਰਜੀ ਇੱਕ ਤਰ੍ਹਾਂ ਦਾ ਬੜਾ ਫੈਟਲ ਅਤੇ ਬੜਾ ਡੈਡਲੀ ਵਾਇਰਸ ਆ, ਤੁਸੀਂ ਬਾਹਰ ਆ ਜਾਓਗੇ। ਸੋ ਇਹ ਪ੍ਰੈਕਟੀਕਲ ਵੇ ਨਾਲ ਇਸ ਚੀਜ਼ ਨੂੰ ਤੁਸੀਂ ਦੇਖੋ। ਗੁਰੂ ਬਾਬਾ ਜੀ, ਗੁਰੂ ਅਰਜਨ ਮਹਾਰਾਜ ਬਿਆਨ ਕਰਦੇ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿਨ੍ਹਾਂ ਪਾਸ। ਇਸ ਜ਼ਿੰਦਗੀ ਦੀ ਤਪਸ਼ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਕੋਲ ਨਾਹ ਨਹੀਂ, ਜਿਨ੍ਹਾਂ ਕੋਲ ਨਿਹ ਨਹੀਂ, ਜਿਨ੍ਹਾਂ ਨੂੰ ਖਲੂਸ ਉਸ ਮੁਹੱਬਤ ਪਿਆਰ ਨੂੰ ਮਾਨਣ ਜਾਣਨ ਅਤੇ ਉਹਨੂੰ ਜੀਣ ਦੇ ਜਿਹਨਾਂ ਨੂੰ ਜਾਚ ਨਹੀਂ, ਉਹਨੂੰ ਜ਼ਿੰਦਗੀ ਤਪਸ਼ ਲੱਗਦੀ ਹੈ। ਅਤੇ ਜਿਹੜੀ ਤਪਸ਼ ਆ ਇਹ ਕਈ ਵਾਰ ਇਤਨੀ ਜ਼ੋਰਾਵਰ ਹੁੰਦੀ ਹੈ, ਬੰਦਾ ਆਪਣੇ ਆਪ ਵਿੱਚ ਫਰਸਟ੍ਰੇਸ਼ਨ ਲੈ ਆਉਂਦਾ ਆ, ਰਿਸ਼ਤਿਆਂ ਦੇ ਵਿੱਚ ਨਿਘਾਰ ਆ ਜਾਂਦਾ ਆ,
आले दुआले रहन सहन दे विच गिरावट आ जाती है, तो बंदा कई बार इस गर्मी दे इस हुम्मस का मारिया होया, जिन्होंने साहब ने कहा सी बार विडानड़े हुम्मस तुम्मस कूकां पईयां राही कूकदा आ। जिवें गर्मी दे विच जंगल नूं अग लगी तो विचकार बंदा फस जे, उन्होंने दिसदा कोई नहीं, सुनदा कोई नहीं, तो बस उस सारे धूं ते गर्मी दे वलवले चों कलप रिहा हुंदा आ। अज दे मनुख दी दशा मोस्टली ये है, सानू कोई चीज़ बाहरों मार नहीं रही, कुट नहीं रही। ये कुटन, ये सोफोकेशन, ये जिहड़ा अंदर दा खाली बना वैक्यूम कौन दे रहा है? साडी अपनी सोच, साडे अपने एहसास, साडियां फीलिंग्स जिहड़ियां ने। ये रूप जिहड़ा आ, मैं तो प्रोकास्टिनेशन के उत्ते कुछ चीज़ां जिहड़ा सी पिछले दिनों इकट्ठियां कर रहा सीगा, बिकॉज एट ए पॉइंट इन कोविड सिचुएशन most of us are free, but no one is putting any effort to do something creative. Why? The reason is procrastination. People are trying to delay things. कोई ना कर लांगे, कदों कर लांगे भाई, हुण ते टाइम है, हुण ते वेला है, हुण इस तो वधिया टाइम की हो सकता है? You are just at your place, you have plenty of time and you can do whatever you want. मगर हुंदा की है कि जिहड़ी एक बंदे दे च फीलिंग आ भी जे मैं काम शुरू किया मेरे तो सिरे ना चढ़िया, मैं कोर्स शुरू कर लिया तो कोर्स पूरा ना होया, कोर्स करन दे दौरान मेरे को टाइम नहीं मिलेगा इंजॉयमेंट दा, खाण दा, पीण दा, आई हैव टू डू हार्ड वर्क। वो सारे फीलिंग्स जिहड़ियां अंदर आई जांदियां ने, वो फीलिंग्स इस तरीके नाल ने इतनियां स्ट्रोंग हो जांदियां ने, ओवर थिंक करदा है बंदा उन्हां सारियां सदका कहंदा यू नो लीव इट, डोंट इवन ट्राई। हुण की है ये तपश, ये सोफोकेशन, ये कोई बाहरों नहीं दे रहा तुहानू, यू आर क्रिएटिंग बाय योरसेल्फ। महाराज कहंदे हर नाह ना जिन्ना पास। हुण नाह दा दूसरा रूप देखो, पहला मैं प्यार के रूप बयान किया, नाह दा मतलब है खसम, प्रभु जिन्होंने रब ते भरोसा नहींगा, जिहड़ा एहसास करे अकाल पुरख वाहिगुरू ने जिंदगी दी किसी वड्डे परपज लई दी है, मना घबरा ना, जो कोई तेरे सामने आ रहा ट्राई टू अवेल इट, रेस्ट ऑफ इट लीव टू वर्ड ऑलमाइटी अकाल पुरख वाहिगुरू, अपने आप हो जाएगा। एग्जैक्टली सोल्यूशन फोकस्ड जिहड़ा सिस्टम या वो अप्रोच है, वो क्या जाता है कि तुसी ना कोई काम तो तुहानू डर लग रहा भी पता नहीं करा कि ना करा, स्टार्ट करो, बस ये सोचो भी शुरू ही करना बस। उस तो बाद एपीसोड्स बनाओ छोटे 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 बेबी स्टेप्स, वट एवर वर्क आई एम गोना डू, आई एम नॉट गोना डू ऑल द वर्क एट ए टाइम, नो नो नो। जिवें आम कहावत कही जाती है भी तुसी हाउ यू गोना ईट एन एलीफेंट, हाथी नूं किवें खाओगे, हाथी मीन बिग चंक ऑफ एनीथिंग, किवें खाओगे? बंदा है नहीं नहीं खाता जा सकता, वो कहते खाता जा सकता ईजीली, किवें? वन बाइट एट ए टाइम, एक टाइम च एक ही बुर खाओगे, दो तो कोई खा नहीं सकता। खाना शुरू करो एक बाइट एक टाइम दे, दूसरी तीसरी चौथी पंजवीं करदे करदे पता लगेगा सारा हाथी खाता गया, डन। टेक सम बेबी स्टेप्स। अज सिर्फ बड़ा वड्डा कोर्स है, बड़ा वड्डा प्रोग्राम है, बड़ा वड्डा कोई काम है, आई एम नॉट गोना फिनिश टुडे एवरीथिंग, नो नो नो, जस्ट 2% हो गया, दैट्स ओके, रेस्ट ऑफ इट लीव, वाहिगुरू आप ही करेगा। कल का दिन चढ़ेगा कल नूं करांगे, परसों आएगा परसों करांगे। तुसीं देखोगे इस तरीके नाल प्रोकास्टिनेशन नाल भी समा लंघ जांदा, सालां दे साल लंघ जांदे ने, काम करदे भी समा लंघदा है, पता लगदा काम हो गया, आई हैव अचीव्ड समथिंग, I have finished something, I have accomplished something. And that feeling can give you happiness. ये ना है तपश विच जिहड़ी बात की खुशी का एहसास आ रहा है। साहब कहते तपश बाहर नहीं, ना सूरज दी, ना मौसम दी, ना कुछ नहीं, ये तपश ते ब्लैसिंग है। जिस खिते च गर्मी ज़्यादा होंदी है, ट्रॉपिकल एनवायरनमेंट होए या इवन ड्राई होए, वो तो ब्लैसिंग है, वो तो फसलां उगदियां ने, बूटे पैदा होंदे ने, फल लगदे ने, फुल लगदे ने। आ कैनेडा च रहिंदे आ
ਇੱਥੇ 6-7-8 ਮਹੀਨੇ ਠੰਡ ਹੀ ਰਹਿੰਦੀ ਹੈ। ਮਹੀਨਾ 2 ਮਹੀਨਾ ਆਉਂਦਾ ਬੰਦਾ, ਉਹਨੂੰ ਕਹਿੰਦਾ ਹਾਂ ਇਹ ਇੰਜੋਇਮੈਂਟ ਆ। ਜਿੱਥੇ ਲਗਾਤਾਰ ਹੀ ਐਵੇਂ ਰਹਿੰਦਾ, ਵਾਹ ਹੈ ਕਿ ਨਹੀਂ, ਇਹ ਬੜੀ ਤੇ ਬਰਾਈਟ ਚੀਜ਼ ਆ। ਸਾਹਿਬ ਨੇ ਇਹਦੀ ਬਾਤ ਕੀਤੀ ਜਿਹਨੂੰ ਬਹੁਤ ਤੁਸੀਂ ਡੀਪ ਲੈਵਲ 'ਤੇ, ਉਸ ਲੈਵਲ 'ਤੇ ਲੈ ਆਓ। ਉੱਥੇ ਮਹਾਰਾਜ ਕਹਿੰਦੇ ਉਹਨਾਂ ਨੂੰ ਤਪਸ਼ ਲੱਗਦੀ ਹੈ ਜਿਨ੍ਹਾਂ ਨੂੰ ਨਾ ਤੇ ਰੱਬ 'ਤੇ ਭਰੋਸਾ ਨਹੀਂ, ਜਿਹੜੇ ਉਹਦੇ ਪਾਥ ਨੂੰ ਫੋਲੋ ਕਰਦੇ ਨੇ, ਉਹਦੇ ਉੱਤੇ ਭਰੋਸਾ ਕਰਕੇ ਤੁਰਦੇ ਨੇ, ਫਿਰ ਕੋਈ ਤਪਸ਼ ਨਹੀਂ, ਫਿਰ ਬਲੈਸਿੰਗ ਆ। ਉਹਦਾ ਸ਼ੁਰੂਆਤ ਕੀਤੀ ਆਸਾੜ ਤਪੰਦਾ ਤਿਸ ਲੱਗਾ ਹਰ ਨਾਹ ਜਿੰਨਾ ਪਾਸ। ਅੱਗੇ ਐਗਜ਼ੈਕਟਲੀ ਮਹਾਰਾਜ ਨੇ ਕਹਿਤਾ ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਮਨੁੱਖਾਂ 'ਚ ਰੱਬ ਵਾਸਤਾ, ਇਹ 'ਚ ਕੋਈ ਸ਼ੱਕ ਨਹੀਂ ਗਾ, ਪਰ ਕਿਸੇ ਪਰਟੀਕੂਲਰ ਮਨੁੱਖ ਦੇ ਉੱਤੇ ਆਪਣੀ ਤੁਸੀਂ ਡਿਪੈਂਡੈਂਸੀ ਕ੍ਰੀਏਟ ਕਰ ਲਵੋ, ਇਹ ਹਿਊਮਨ ਲਾਈਫ ਦੀ ਕੋਈ ਅਚੀਵਮੈਂਟ ਨਹੀਂ ਹੈਗੀ। ਡਿਪੈਂਡੈਂਸੀ ਕਿਸੇ ਤਰ੍ਹਾਂ ਦੀ ਬੰਦੇ ਨੂੰ ਮਾਰਦੀ ਹੈ, ਉਹ ਐਨੀ ਸਬਸਟੈਂਸ 'ਤੇ ਲੈ ਲਵੋ, ਕਿਸੇ ਚੀਜ਼ 'ਤੇ ਲੈ ਲਓ। ਸਾਡੇ ਸਾਰਿਆਂ ਦੇ ਕੋਲ ਸਾਡੀ ਅਟੋਨਮੀ ਹਰ ਲੈਵਲ ਤੋਂ, ਫਾਈਨੈਂਸ਼ੀਅਲੀ, ਸੋਸ਼ਲੀ, ਪੋਲੀਟੀਕਲੀ ਸਭ ਹੋਣੀ ਚਾਹੀਦੀ ਹੈ। ਜਿਹੜੀ ਇਹ ਫਰੀਡਮ ਹੈ, ਇਹਦੇ ਵਿੱਚੋਂ ਜਿਹੜੀ ਚੀਜ਼ ਬੰਦਾ ਇੰਜੋਏ ਕਰਦਾ ਹੈ, ਉਹ ਕਿਤੋਂ ਹੋਰ ਨਹੀਂ ਕਰ ਸਕਦਾ। ਫਿਰ ਇਹ ਹੈ, ਫਿਰ ਇੱਕ ਇਕੁਐਲਿਟੀ ਵੀ ਆਉਂਦੀ ਹੈ, ਬਰਾਬਰਤਾ। ਉਹ ਬਰਾਬਰ ਤੱਕ ਫਿਰ ਬੰਦੇ ਨੂੰ ਉਸ ਦਸਤੂਰ ਨੂੰ ਹੰਡਾਉਣ ਦੇ ਯੋਗ ਬਣਾਉਂਦੀ ਹੈ, ਜਿਹੜਾ ਵਾਕਿਆ 'ਚ ਉਹਨੂੰ ਫਿਰ ਜੀਵਨ ਦੀ ਖੁਸ਼ੀ ਦਿੰਦਾ। ਪਰ ਸਾਹਿਬ ਨੇ ਕਿਹਾ ਬੰਦਾ ਹਮੇਸ਼ਾ ਇਹ ਸੋਚਦਾ ਹੈ ਜੇ ਕਿਤੇ ਆਹ ਮੇਰਾ ਆਸਰਾ ਨਾ ਰਿਹਾ, ਆਹ ਮੇਰਾ ਓਟ ਨਾ ਰਹੀ, ਆਹ ਇਹਨੇ ਮੇਰੀ ਬਾਂਹ ਨਾ ਫੜੀ, ਇਹਨੇ ਮੇਰੀ ਬਾਂਹ ਛੱਡਤੀ, ਕੀ ਬਣੇਗਾ। ਸਾਹਿਬ ਕਹਿੰਦੇ ਪਤਾ ਹੀ ਨਹੀਂ, ਜਗਜੀਵਨ ਪੁਰਖ ਤਿਆਗ ਕੈ, ਜਿਹੜਾ ਅਸਲ ਜਗਤ ਦਾ ਜੀਵਨ ਪੁਰਖ ਹੈ, ਉਹਦੀ ਬਾਂਹ ਕਿਉਂ ਨਹੀਂ ਫੜ ਲੈਂਦਾ। ਮਾਨਸ ਸੰਧੀ ਆਸ, ਮਨੁੱਖਾਂ ਦੀ ਕੀ ਆਸ ਕਰਦਾ ਆ। ਸਾਨੂੰ ਬਹੁਤ ਡਾਇਰੈਕਟਲੀ ਕਿਹਾ ਗਿਆ ਵਿਅਕਤੀ ਪੂਜਾ। ਭਾਰਤੀ ਖਿੱਤੇ ਦੇ ਵਿੱਚ ਪਹਿਲੇ ਨੰਬਰ 'ਤੇ ਮੂਰਤੀ ਪੂਜਾ, ਫਿਰ ਵਿਅਕਤੀ ਪੂਜਾ। ਪੀਪਲ ਵਰ ਜਸਟ ਡੂਇੰਗ 2 ਮੇਨ ਥਿੰਗਸ ਇਨ religious exercises, but Guru Maharaj actually take us totally out from these things. Maharaj ਸਿੰਘ ਇਹ ਚੀਜ਼ਾਂ ਦਾ ਫਾਇਦਾ ਨਹੀਂ ਕੁਛ ਵੀ ਹੈਗਾ, ਨਾ ਸਟੈਚੂ ਵਰਸ਼ਿਪਿਜ਼ਮ ਦੇ ਵਿੱਚ, ਨਾ ਹੀ ਕਿਸੇ ਕਿਸਮ ਦੀ ਖਾਸ ਕਿਸੇ ਮਨੁੱਖਤਾ ਦੇ ਵਿੱਚ, ਜਿਹੜੀ ਮਨੁੱਖ ਦੀ ਪੂਜਾ ਕਰਨ ਦੇ ਵਿੱਚ ਉਸ ਤਰੀਕੇ ਦੇ ਨਾਲ। ਗੁਰੂ ਬਾਬਾ ਜੀ ਨੇ ਕਿਹਾ ਅਸੂਲ ਪ੍ਰਸਤਗੀ ਲੈ ਕੇ ਆਓ, ਗੁਣਾਂ ਦੇ ਗਾਹਕ ਬਣੋ, ਅਤੇ ਉਹ ਸਾਰੇ ਵਿੱਚ ਰੱਬ 'ਤੇ ਭਰੋਸਾ ਰੱਖੋ। ਦਿਸਦਾ ਨਹੀਂ, ਅਦ੍ਰਿਸ਼ਟ ਆ, ਪਰ ਮੌਜੂਦ ਆ। ਜਗਜੀਵਨ ਪੁਰਖ ਤਿਆਗ ਕੇ ਉਹਨੂੰ ਤਿਆਗੋਗੇ, ਮਾਨਸ ਸੰਧੀ ਆਸ। ਮੈਂ ਮਹਾਰਾਜ ਬਿਆਨ ਕਰਦੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਮਨੁੱਖ ਦੀ ਇਕੱਲੀ ਟੇਕ ਨਾ ਲੈ, ਭਗਵਾਨ ਦੀ ਟੇਕ ਲੈ। ਤੇ ਜਿਹੜਾ ਭਗਵਾਨ ਆ, ਜਿਸ ਕੈ ਦੀਏ ਰਹੇ ਅਘਾਏ, ਜਦੋਂ ਉਹ ਦਰਵਾਜ਼ੇ ਖੋਲ੍ਹਦਾ ਹੈ, ਅਘਾ ਦਿੰਦਾ ਹੈ, ਤ੍ਰਿਪਤ ਕਰ ਦਿੰਦਾ ਹੈਗਾ। ਗੁਰੂ ਅਰਜਨ ਸਾਹਿਬ ਉਹਦੀ ਬਾਤ ਕਰਦੇ ਇਹਦੇ ਵਿੱਚ। ਮਾਨਸ ਸੰਧੀ ਆਸ, ਦੁਇ ਭਾਏ ਵਿਗੁਚੀਐ, ਗਲ ਪਈਸ ਜਮ ਕੀ ਫਾਂਸ। ਦੁਇ ਭਾਏ ਵਿਗੁਚੀਐ, ਅਸਲ ਰਾਹ ਛੱਡ ਕੇ ਦੂਜੇ ਰਾਹ ਪੈ ਕੇ ਬੰਦਾ ਵਿਗੁਚ ਜਾਏਗਾ, ਭਾਵ ਸੱਚਾਈ ਤੋਂ, ਅਸਲੀਅਤ ਤੋਂ ਵਿਛੁੜ ਜਾਏਗਾ, ਖੁਆਰ ਹੋਏਗਾ। ਸਪੋਜ਼ ਕਰੋ, ਇਹਨੂੰ ਸਿੰਪਲ ਕਰ ਦੇਣਾ ਵਾ, ਕੋਈ ਬੱਚਾ ਇੰਡੀਆ ਤੋਂ ਪੜ੍ਹਨ ਵਾਸਤੇ ਆਇਆ ਕੈਨੇਡਾ ਦੇ ਵਿੱਚ, ਅਤੇ ਇੱਥੇ ਆ ਕੇ ਪੜ੍ਹਾਈ ਨੂੰ ਛੱਡ ਕੇ ਬਾਕੀ ਸਾਰਾ ਕੁਝ ਅਟਰੈਕਟਿਵ ਲੱਗ ਰਿਹਾ। ਦੁਏ ਪਾਏ, ਜਾਣਾ ਇਸ ਪਾਸੇ ਸੀ, ਤੁਰ ਪਿਆ ਇਸ ਪਾਸੇ। ਵਿਗੁਚੀ ਹੈ, ਖੁਆਰੀ ਤੋਂ ਬਿਨਾਂ ਕੀ ਮਿਲੇਗਾ। ਐਗਜ਼ੈਕਟਲੀ ਮਨੁੱਖਾ ਜੀਵਨ ਦੇ ਵਿੱਚ ਕੁਦਰਤ ਨੇ ਮਨੁੱਖ ਨੂੰ ਜ਼ਿੰਦਗੀ ਦਿੱਤੀ, ਬੰਦਾ ਵਕਾਰਾਂ ਦੇ ਪਿੱਛੇ ਤੁਰ ਪਿਆ। ਵਿਨਾਸ਼ਤਾ ਬਾਹਰੋਂ ਲਿਆਉਣ ਦੀ ਲੋੜ ਹੀ ਨਹੀਂ, ਵਿਨਾਸ਼ਤਾ ਖੁਦ ਆਏਗੀ, ਕਿਉਂਕਿ ਦੁਏ ਪਾਏ, ਉਹਨੇ ਅਸਲ ਰਾਹ ਛੱਡ ਦਿੱਤਾ। ਸਾਹਿਬ ਨੇ ਬਿਆਨ ਕੀਤਾ ਗਲ ਪਈਸ ਜਮ ਕੀ ਫਾਸ, ਜਮਾਂ ਦੀ ਫਾਹੀ ਗਲ ਪੈ ਗਈ। ਇਹ ਜਿਤਨੇ ਵਕਾਰਾਂ ਦਾ ਖਾਸ ਕਰਕੇ ਪ੍ਰਕੋਪ ਆ ਬੰਦੇ ਦੇ ਉੱਤੇ ਆਉਂਦਾ, ਇਹਦੇ ਸਦਕਾ ਬੰਦੇ ਨੂੰ ਜਮਾਂ ਦੀ ਫਾਹੀ ਭੋਗਣੀ ਪੈਂਦੀ, ਹੋਰ ਤਾਂ ਕੁਛ ਵੀ ਨਹੀਂ ਹੈਗਾ। ਅਗਲਾ ਬਚਨ ਮਹਾਰਾਜ ਨੇ ਲਿਖਿਆ, ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਜਿਹਾ ਬੀਜੈ ਸੋ ਲੁਣੈ, ਮੈਂ ਕਹਿੰਦਾ ਲਾ ਆਫ ਕੋਜ਼ਮੋ ਨੂੰ ਜੇ ਬੰਦਾ ਇੰਨੇ ਸੋਹਣੇ ਢੰਗ ਨਾਲ ਅੰਡਰਸਟੈਂਡ ਨਹੀਂ ਕਰ ਸਕਦਾ ਤਾਂ ਕਿਵੇਂ ਕਰੇਗਾ। ਜੋ ਬੀਜੋਗੇ ਵੱਢੋਗੇ। ਹੁਣ ਬੀਜਣਾ ਸਿਰਫ ਜਿਹੜੀ ਸੋਇੰਗ ਹੁੰਦੀ ਹੈ ਜਾਂ ਪਲਾਂਟਿੰਗ ਹੁੰਦੀ ਹੈ, ਉਹ ਸਿਰਫ ਸੋਇਲ ਵਿੱਚ, ਮਿੱਟੀ 'ਚ ਥੋੜ੍ਹਾ ਹੁੰਦੀ ਹੈ। ਸਭ ਤੋਂ ਵੱਡੇ ਸੀਡ ਜਿਹੜੇ ਬੀਜ ਨੇ, ਅਸੀਂ ਆਪਣੇ ਜੀਵਨ ਵਿੱਚ ਅਤੇ ਖਾਸ ਕਰਕੇ ਆਪਣੇ ਜ਼ਹਿਨ ਵਿੱਚ, ਆਪਣੀਆਂ ਥਾਟਸ ਵਿੱਚ
ਜਿਨ੍ਹਾਂ ਨੂੰ ਅਸੀਂ ਪਲਾਂਟ ਕਰਦੇ ਹੈਗੇ। ਹੁਣ ਜੇ ਉਸ ਬੀਜ ਨੂੰ ਬੰਦਾ ਧਿਆਨ ਨਹੀਂ ਦੇਵੇਗਾ, ਉਹਨਾਂ ਬੀਜਾਂ ਦੇ ਵਿੱਚ ਉਹਨੂੰ ਗਲਤ ਤਰੀਕੇ ਦੇ ਬੀਜ ਬੀਜਣੇ ਸ਼ੁਰੂ ਕਰ ਦੇਗਾ, ਉਹ ਵਰੀਜ਼ ਹੋ ਸਕਦੀਆਂ ਨੇ, ਉਹ ਜੈਲਸ ਬੇਸਡ ਜਿਹੜੇ ਨੇ ਥਾਟਸ ਹੋ ਸਕਦੇ ਨੇ, ਉਹ ਕਿਸੇ ਕਿਸਮ ਦੇ ਲਾਲਚ, ਡਰ, ਭੈ ਕਿਸੇ ਤਰ੍ਹਾਂ ਦੇ ਹੋ ਸਕਦੇ ਨੇ। ਉਹ ਬੀਜੀ ਜਾਏ, ਫਲ ਕੀ ਲੱਗੇਗਾ ਉਹਨਾਂ ਨੂੰ? ਉਹ ਪਲਾਂਟਸ ਕੈਸੇ ਹੋਣਗੇ ਉਹਦੇ ਵਿੱਚੋਂ? ਫਿਰ ਬੰਦਾ ਕੰਪਲੇਂਟ ਕਰੇ ਵੀ ਉਹ ਮੇਰੇ ਨਾਲ ਠੀਕ ਨਹੀਂ ਹੋ ਰਿਹਾ, ਮੈਨੂੰ ਮੇਰਾ ਪੜ੍ਹਾਈ 'ਚ ਜੀਅ ਨਹੀਂ ਲੱਗ ਰਿਹਾ, ਮੈਨੂੰ ਮੇਰਾ ਕੰਮ 'ਤੇ ਜੀਅ ਨਹੀਂ ਲੱਗ ਰਿਹਾ, ਮੇਰੀ ਅੰਦਰ ਡਿਸਟਰੈਕਸ਼ਨ ਚੱਲ ਰਹੀ ਆ, ਲੌਂਗ ਰਨ ਵਿੱਚ ਬਿਮਾਰੀਆਂ ਬਣ ਰਹੀਆਂ ਨੇ, ਲੌਂਗ ਰਨ ਦੇ ਵਿੱਚ ਰਿਸ਼ਤੇ ਨਾਤਿਆਂ 'ਚ ਪ੍ਰੋਬਲਮ ਆ ਰਹੀ ਹੈ, ਹੋਰ ਲੌਂਗ ਰਨ ਦੇ ਵਿੱਚ ਲਾਈਫ ਪਰਫੋਰਮੈਂਸ ਕਹਿ ਲਓ, ਕੰਮ ਦੀ ਪਰਫੋਰਮੈਂਸ ਕਹਿ ਲਓ, ਹੋਰ ਹਰ ਥਾਂ ਦੇ ਉੱਤੇ ਦਿੱਕਤ ਆ ਰਹੀ। ਕੀ ਹੈ ਭਾਈ? ਜਿਹਾ ਬੀਜਿਆ ਸੋ ਲੂਣਾ, ਜੋ ਤੂੰ ਬੀਜਿਆ ਹੈ ਉਹੀ ਵੱਢੇਗਾ, ਮੱਥੇ ਜੋ ਲਿਖਿਆਸ। ਇਸ ਤਰ੍ਹਾਂ ਆ ਕਿ ਜਦੋਂ ਕੋਈ ਚੀਜ਼ ਅਸੀਂ ਹੁਣ ਕੋਈ ਸੈਂਡ ਦੇ ਉੱਤੇ ਬੀਚ ਵਗੈਰਾ ਪਾਣੀ ਦੇ ਕੰਢੇ 'ਤੇ ਲਾਈਨਾਂ ਪਾਉਂਦੇ ਹਾਂ ਤਾਂ ਉਹ ਥੋੜ੍ਹੀ ਦੇਰ ਬਾਅਦ ਮਿਟ ਜਾਂਦੀਆਂ ਨੇ। ਜਿਹੜੀਆਂ ਅਸੀਂ ਲਾਈਨਾਂ ਆਪਣੇ ਅੰਦਰ ਪਾਉਂਦੇ ਹਾਂ ਨਾ, ਜਿਵੇਂ ਕੋਈ ਸਪੋਜ਼ ਕਰੋ ਪੇਪਰ 'ਤੇ ਕੋਈ ਲਾਈਨਸ ਵਗੈਰਾ ਵਾਹ ਰਿਹਾ ਹੈਗਾ, ਜੋ ਕੁਝ ਵੀ ਅਸੀਂ ਸਵੇਰ ਤੋਂ ਸ਼ਾਮ ਤੱਕ ਆਪਣੇ ਅੰਦਰ ਪ੍ਰੋਸੈਸ ਹੋਣ ਦਿੰਦੇ ਹਾਂ, whatever is going through in our mind, going through in our thoughts, ਉਹ ਚਲਾ ਨਹੀਂ ਜਾਣਾ ਕਿਤੇ ਵੀ। ਮੱਥੇ ਜੋ ਲਿਖਿਆਸ, ਉਹ ਤੁਹਾਡੇ ਮੱਥੇ ਦੇ ਲੇਖ ਬਣ ਜਾਣੇ ਨੇ, ਉਹ ਤੁਹਾਡਾ ਐਕਚੁਅਲ ਲੈਵਲ 'ਤੇ ਉਹੀ ਤੁਹਾਡਾ ਮੁਕੱਦਰ ਬਣ ਜਾਣਾ। ਇਹੀ ਸਿਮਰਨ ਹੈ। ਬੰਦਾ ਕਹਿੰਦਾ ਮੈਂ ਆਪਣਾ ਮੁਕੱਦਰ ਬਦਲਣਾ ਹੈ, ਠੀਕ ਹੈ ਭਾਈ, ਟਰਾਈ ਟੂ ਪੇ ਅਟੈਂਸ਼ਨ ਟੂ ਵਟ ਯੂਰ ਥਾਟਸ। ਕਿਵੇਂ ਦੇ ਥਾਟਸ ਪੌਪ ਅਪ ਹੁੰਦੇ ਨੇ, ਦੇਖ ਧਿਆਨ ਨਾਲ। ਜੇ ਉਹਨਾਂ ਦੇ ਵਿੱਚ ਕੋਈ ਅੱਛਾਈ, ਕੋਈ ਚੰਗਿਆਈ, ਕੋਈ ਸ਼ੁਭਤਾ, ਕੋਈ ਚੜ੍ਹਦੀ ਕਲਾ ਨਹੀਂ ਹੈਗੀ, ਡੈਫੀਨੇਟਲੀ ਕਿਸੇ ਨੂੰ ਕਿਸੇ ਪਾਮ ਰੀਡਰ ਕੋਲ ਜਾਣ ਦੀ ਲੋੜ ਨਹੀਂ ਹੈਗੀ। ਨੋ ਨੋ, ਡੋਂਟ ਗੋ ਟੂਵਰਡ ਐਨੀ ਐਸਟਰੋਲੋਜਰ। ਬੀ ਯੂਰ ਓਨ ਟੀਚਰ, ਬੀ ਯੂਰ ਓਨ ਗਾਈਡ। ਆਪਣੇ ਆਪ ਨੂੰ ਆਪ ਦੇਖ, ਆਪ ਮੱਥਾ ਪੜ੍ਹ ਲੇਗਾ ਆਪਣਾ, ਲਿਲਾਟ ਤੈਨੂੰ ਬੋਲੇਗਾ ਕਿ ਮੱਥੇ ਜੋ ਲਿਖਿਆ, ਕਿਉਂਕਿ ਜੋ ਤੂੰ ਲਿਖਿਆ ਹੈਗਾ ਉਹੀ ਮੱਥੇ ਦਾ ਲੇਖ ਬਣੇਗਾ। ਇਸ ਨੂੰ ਗੁਰੂ ਅਰਜਨ ਸਾਹਿਬ ਜੀ ਬਿਆਨ ਕਰਦੇ। ਅਗਲਾ ਬਚਨ ਲਿਖਿਆ, ਰਹਿਣ ਵਿਹਾਣੀ ਪਛੁਤਾਣੀ, ਉੱਠ ਚੱਲੀ ਗਈ ਨਿਰਾਸ। ਜ਼ਿੰਦਗੀ ਦੀ ਰਾਤ ਕੋਈ ਬਹੁਤੀ ਲੰਮੀ ਨਹੀਂ ਹੈ, ਇਹ ਨਿਕਲ ਜਾਣੀ ਹੈ। ਇੱਕ ਇੱਕ ਦਿਨ ਕਰਕੇ, ਇੱਕ ਇੱਕ ਘੜੀ ਕਰਕੇ, ਪਲ ਕਰਕੇ ਸਮਾਂ ਤਾਂ ਲੰਘੀ ਜਾ ਰਿਹਾ। ਇਹ ਬਹੁਤ ਕਮਾਲ ਦਾ ਸ਼ਾਹਕਾਰ ਆ ਸਾਡੀ ਪੰਜਾਬੀ ਪੋਇਟਰੀ ਦੇ ਵਿੱਚ। ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਆ, ਸ਼ਾਇਦ ਆਪਨੇ ਕਿਤੇ ਪੜ੍ਹੀ ਸੁਣੀ ਹੋਏ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਭਾਈ ਭੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਉਹ ਸਮੇਂ ਦੀ ਗੱਲ ਕਰਦੇ, ਕਹਿੰਦੇ ਸਮੇਂ ਦੀ ਚਾਲ ਜਿਹੜੀ ਹੈ ਨਾ, ਬੰਦੇ ਤੇਰੀ ਤੇ ਚਾਲ ਕੁਝ ਵੀ ਨਹੀਂ, ਸਮੇਂ ਦੀ ਚਾਲ ਤੇ ਇੰਨੀ ਚੱਲ ਰਹੀ ਹੈ ਤੇਜ਼। ਤੂੰ ਤੇ ਬਹਿ ਜਾਏਗਾ, ਸੌਂ ਜਾਏਗਾ, ਖਲੋ ਜਾਏਗਾ, ਸਮਾਂ ਥੋੜ੍ਹਾ ਖਲੋਏਗਾ। ਤੁਸੀਂ ਥੱਕ ਜਾਓਗੇ, ਤੁਸੀਂ ਬੈਠ ਕੇ ਜਿਹੜਾ ਹੈਗਾ ਸੋਫੇ 'ਤੇ ਥੋੜ੍ਹਾ ਸਮਾਂ ਲਗਾ ਲਓਗੇ, ਘੜੀ ਦੀਆਂ ਸੂਈਆਂ ਥੋੜ੍ਹਾ ਰੁਕ ਜਾਣਗੀਆਂ। ਤੁਸੀਂ ਨੀਂਦ ਲਈ ਜਿਹੜਾ ਹੈਗਾ ਬਿਸਤਰੇ 'ਤੇ ਚਲੇ ਜਾਓਗੇ, ਘੜੀ ਥੋੜ੍ਹਾ ਟਿਕੇਗੀ। ਹੋ ਸਕਦਾ ਕੋਈ ਬੰਦਾ ਕਿ ਚਲੋ ਕੋਈ ਨਾ, ਮੈਂ ਘੜੀ ਦੀਆਂ ਸੂਈਆਂ ਰੋਕ ਦਿਆਂਗਾ। ਯੈਸ, ਵੀ ਕੈਨ ਸਟੋਪ ਦ ਨੀਡਲ ਆਫ ਆਵਰ ਕਲੋਕਸ, ਬਟ ਵੀ ਕੈਨ ਨਾਟ ਸਟੋਪ ਦ ਰੀਅਲ ਰੇਸ ਆਫ ਟਾਈਮ। ਜਿਹੜੀ ਸਮੇਂ ਦੀ ਅਸਲ ਰੇਸ ਹੈ, ਉਹਨੂੰ ਥੋੜ੍ਹਾ ਰੋਕੋਗੇ ਤੁਸੀਂ। ਇੱਥੇ ਗੁਰੂ ਬਾਬਾ ਜੀ ਨੇ ਕਿਹਾ, ਰਹਿਣ ਵਿਹਾਣੀ, ਰਾਤ ਲੰਘ ਜਾਣੀ ਹੈ। ਜੀਵਨ ਦੀ ਰਾਤ ਜਿਹੜੀ ਹੈ ਇਹ ਤੁਹਾਡੇ ਹੱਥੋਂ ਛੁੜਕ ਜਾਣੀ ਹੈ। ਰਹਿਣ ਵਿਹਾਣੀ, ਫਿਰ ਪਛੁਤਾਣੀ, ਰਿਗਰੈਟਸ। ਐਂਡ ਯੂ ਕੈਨ ਸੀ ਸੋ ਮੈਨੀ ਪੀਪਲ, ਦੇ ਆਲਵੇਜ਼ ਟਾਕ ਅਬਾਊਟ, ਉਹ ਨਾ ਸਮਾਂ ਲੰਘ ਗਿਆ ਹੱਥੋਂ, ਮੈਂ ਨਾ ਉਹ ਐਕਟ ਨਹੀਂ ਕਰ ਪਾਇਆ, ਮੈਂ ਸਮੇਂ ਨੂੰ ਜਿਹੜਾ ਮੌਕੇ ਨੂੰ, ਅਵਸਰ ਨੂੰ, ਜਿਹੜਾ ਖਾਸ ਕਰਕੇ ਅਪੋਰਚੁਨਿਟੀ ਸੀਗੀ, ਆਈ ਮਿਸਡ ਇਟ। ਭਾਈ ਗੁਰੂ ਅਰਜਨ ਸਾਹਿਬ ਕਹਿੰਦੇ, ਹੁਣੀ ਜਾਗ, ਹੁਣ ਨਾ ਗਵਾ, ਅਦਰਵਾਈਜ਼ ਉੱਠ ਚੱਲੀ ਗਈ ਨਿਰਾਸ। ਨਿਰਾਸ਼ ਹੋ ਕੇ, ਨਿਰਾਸ਼ ਹੋਣ ਦਾ ਮਤਲਬ ਕੀ ਹੈ? ਬੰਦਾ ਬਿਲਕੁਲ ਡਿਪਰੈਸਡ ਹੋ ਕੇ ਵਿਦਾ ਹੋਏਗਾ। ਅਗਲਾ ਬਚਨ ਹੈ, ਜਿਨ ਕੋ ਸਾਧੂ ਭੇਟੀਐ ਸੋ ਦਰ ਗਏ ਹੋਏ ਖਲਾਸ। ਜਿਨ੍ਹਾਂ ਨੂੰ ਸਾਧੂ ਨਾਲ ਭੇਟ ਕਰਨੀ ਆ ਜਾਂਦੀ, ਇੱਥੇ ਸਾਧੂ ਗੁਰੂ ਹੈ, ਜਿਨ੍ਹਾਂ ਦਾ ਪੱਲਾ ਗੁਰੂ ਫੜ ਲੈਂਦਾ ਹੈ। ਬੰਦਾ, ਮੈਂ ਜੋ ਹੁਣੇ ਬਾਤ ਕੀਤੀ, ਪ੍ਰੋਕਾਸਟੀਨੇਸ਼ਨ ਸਾਡੇ ਵਾਸਤੇ ਸਭ ਤੋਂ ਵੱਡੀ ਅਲਾਮਤ ਆ।
ਉਹਦੇ ਪਿੱਛੇ ਜਿਹੜਾ ਬੇਸ ਆ ਉਹ ਲੇਜ਼ੀਨੈਸ ਆ, ਦਲਿੱਦਰ। ਬੰਦਾ ਬਹੁਤ ਕੁਝ ਕਰ ਸਕਦਾ ਪਰ ਦਲਿੱਦਰਤਾ ਦਾ ਕੀ ਕਰੇਗਾ, ਜਿਹੜੀ ਜਾਂਦੀ ਨਹੀਂ ਕਿਸੇ ਪਾਸੇ। ਜੇ ਕਿਤੇ ਤੋਂ ਬਾਹਰ ਵੀ ਆਉਣਾ ਫਿਰ ਡਿਲੇ ਕਰਨ ਵਾਲੀ ਜਿਹੜੀ ਗੱਲ ਹੈ, ਹਰ ਚੀਜ਼ ਨੂੰ ਪੋਸਟਪੋਨ ਕਰੀ ਜਾਣਾ, ਉਹਨੂੰ ਕਿੱਥੋਂ ਕੱਢੇਗਾ। ਇਹ ਸਭ ਚੀਜ਼ਾਂ ਦਾ ਆਸਰਾ ਇੱਕੋ ਹੀ ਆ, ਗੁਰੂ ਨਾਲ ਜੁੜੇਗਾ। ਗੁਰੂ ਉਦਮੀ ਬਣਾਉਂਦਾ ਤੈਨੂੰ। ਗੁਰੂ ਕਹਿੰਦਾ ਹੈ ਸਵੇਰੇ ਸਮੇਂ ਨਾਲ ਉੱਠੀ। ਅੱਜ ਕੱਲ੍ਹ ਤਾਂ ਇੱਕ ਪੂਰਾ ਕਿਤਾਬ 'ਚ ਲਿਖ ਦਿੱਤਾ ਇੱਕ ਸਕਾਲਰ ਨੇ, ਅਮਰੀਕਨ ਸਕਾਲਰ ਨੇ, 5 AM ਕਲੱਬ। ਉਹਨੇ ਇੰਨੇ ਬੰਦੇ ਇੰਟਰਵਿਊ ਕੀਤੇ, ਜਿਨ੍ਹਾਂ ਬੰਦਿਆਂ ਨੇ ਧਰਤੀ 'ਤੇ ਕੁਝ ਅਚੀਵ ਕੀਤਾ, ਮੋਸਟ ਆਫ ਦੈਮ ਆਰ ਅਰਲੀ ਬਰਡਸ, people who are leaving their actually bed early in the morning. They're fully active. Their performance are totally actually different compared to people who are lazy and thinking okay koi na uth jaange ਆਪਾਂ ਥੋੜੇ ਲੇਟ ਲਤੀਫ ਆ, ਅਜੇ ਕਿਹੜਾ ਟਾਈਮ ਹੋਇਆ, ਇਹ ਤੇ 11 ਵਜੇ ਨੇ। those kind of people। ਇਹ ਜਿਹੜਾ ਰੂਪ ਆ ਇਹ ਗੁਰੂ ਦਾ ਪੱਲਾ ਫੜ ਕੇ, ਕਿਉਂ ਗੁਰੂ ਮਾਸਟਰ ਆ ਨਾ। ਇੱਥੇ ਸਾਹਿਬ ਨੇ ਕਿਹਾ ਜਿਨ ਕੋ ਸਾਧੂ ਭੇਟੀ ਹੈ, ਜਿਹਨੂੰ ਆਪਣੇ ਸਾਧੂ ਨਾਲ, ਆਪਣੇ ਗੁਰੂ ਨਾਲ ਮੁਲਾਕਾਤ ਕਰਨੀ ਆ ਗਈ, ਉਹਦੇ ਨਾਲ ਸਾਂਝ ਪਾਉਣ ਦੀ ਜਾਚ ਆ ਗਈ, ਉਹਦਾ ਬਚਨ ਕਿਹਾ ਸੋ ਦਰ ਗਏ ਹੋਏ ਖਲਾਸ। ਉਹ ਫਿਰ ਧਰਤੀ 'ਤੇ ਨਹੀਂ, ਉਹਨਾਂ ਦੀ ਖਲਾਸੀ ਐਸੀ ਹੁੰਦੀ, ਉਹ ਦਰਗਾਹ ਵਿੱਚ ਵੀ ਖਲਾਸੀ ਹੋ ਜਾਂਦੀ, ਉਸ ਜਿਉਂਦੇ ਮੁਕਤ ਹੋ ਜਾਂਦੇ, ਉਹਨਾਂ ਦੀ ਸੈਲਵੇਸ਼ਨ ਗਰੰਟਡ ਹੋ ਜਾਂਦੀ ਉਹਨਾਂ ਵਾਸਤੇ। ਅਗਲਾ ਬਚਨ ਹੈ ਕਰ ਕਿਰਪਾ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਹੇ ਪ੍ਰਭੂ ਜੇ ਤੂੰ ਕਿਰਪਾ ਕਰੇ, ਤੇਰੇ ਦਰਸ਼ਨ ਦੀ ਜਿਹੜੀ ਪਿਆਸ ਹੈ ਪੂਰੀ ਹੋ ਸਕੇ। ਦਰਸ਼ਨ ਦੀ ਪਿਆਸ ਜਦੋਂ ਬਹੁਤ ਪੋਜ਼ੀਟਿਵ ਮਾਈਂਡ ਹੋ ਕੇ ਬੰਦਾ ਚੜ੍ਹਦੀ ਕਲਾ ਨੂੰ ਇੰਜੋਏ ਕਰਦਾ ਲਾਈਫ ਦੇ ਵਿੱਚ, ਅਤੇ ਜੇ ਕੋਈ ਪੁੱਛਦਾ ਤਾਂ ਬੰਦਾ ਕਹਿ ਦਿੰਦਾ ਭਾਈ ਬਸ ਰੱਬ ਦੀ ਬਖਸ਼ਿਸ਼ ਹੀ ਹੈ, ਨਵਾਜ਼ਿਸ਼ ਆ। ਭਾਵ ਉਹਦੇ ਦਰਸ਼ਨ ਹੋ ਰਹੇ ਨੇ, ਦਰਸ਼ਨ ਹੋ ਰਹੇ ਨੇ ਜ਼ਿੰਦਗੀ ਦੀ ਸਕਸੈਸ ਵਿੱਚੋਂ, ਪ੍ਰੋਸਪੈਰਿਟੀ ਵਿੱਚੋਂ, ਚੜ੍ਹਦੀ ਕਲਾ ਵਿੱਚੋਂ, ਹਰ ਰੂਪ ਦੇ ਵਿੱਚ ਜਿੱਧਰ ਵੀ ਬੰਦਾ, ਕਿਉਂਕਿ ਬੀਜ ਹੀ ਚੰਗੇ ਬੀਜੇ ਸੀਗੇ, ਹੁਣ ਕਿਉਂ ਨਾ ਚੰਗੇ ਫਲ ਪੈਦਾ ਹੋਣਗੇ। ਜਦੋਂ ਬੇਸਿਕ ਕੰਮ ਹੀ ਠੀਕ ਕੀਤਾ ਆ ਤੇ ਐਂਡ ਰਿਜ਼ਲਟ ਕਿਉਂ ਨਹੀਂ ਚੰਗਾ ਆਵੇਗਾ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ, ਹੇ ਮਾਲਕ ਮੇਰੇ ਤੇ ਤਰਸ ਕਰੀ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਗੁਰੂ ਅਰਜਨ ਸਾਹਿਬ ਕਹਿੰਦੇ ਹੇ ਪ੍ਰਭੂ ਤੇਰੇ ਤੋਂ ਬਿਨਾਂ ਆਪਣਾ ਕੋਈ ਸਹਾਰਾ ਨਹੀਂਗਾ, ਅਤੇ ਤੇਰੇ ਚਰਨਾਂ 'ਚ ਅਰਦਾਸ ਆ। ਆਪਾਂ ਵੀ ਗੁਰਦੁਆਰੇ ਬੈਠੇ ਹਾਂ, ਅਤੇ ਗੁਰਦੁਆਰੇ ਵਾਈ ਵੀ ਕਮ ਇਨ ਦਿਸ ਗੁਰਦੁਆਰਾ ਸਾਹਿਬ ਜਸਟ ਟੂ ਡੂ ਬੇਸਿਕ 2 things। One is we actually participate in congregation, and second we pray। those are the main essential part of ਗੁਰਦੁਆਰਾ। ਸੋ ਇਸ ਰੂਪ ਦੇ ਵਿੱਚ ਇੱਕ ਤੇ ਮਾਲਕ ਦੇ ਜਿਹੜਾ ਇੱਥੇ ਆ ਕੇ ਥੋੜ੍ਹਾ ਅਸੀਂ ਆਪਣੇ ਆਪ ਨੂੰ ਐਜੂਕੇਟ ਕਰਦੇ ਹਾਂ, ਲਾਈਟਡ ਕਰਦੇ ਹਾਂ ਗੁਰੂ ਕੀ ਬਾਣੀ ਉਪਦੇਸ਼ਾਂ ਦੇ ਨਾਲ। ਦੂਸਰਾ ਅਸੀਂ ਫਿਰ ਆਪਣੇ ਮਨੋਵੇਗ ਨੂੰ ਇਕੱਠਿਆਂ ਕਰਕੇ ਅਰਦਾਸ ਕਰਦੇ ਹਾਂ, ਮਾਲਕਾ ਤਰਸ ਕਰੀ। ਸਾਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੀ ਅਰਦਾਸ ਹੈ ਤੇਰੇ ਚਰਨਾਂ 'ਤੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰਿ ਚਰਨ ਨਿਵਾਸ। ਜਿਹਦੇ ਮਨ ਦੇ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਆ ਗਿਆ ਨਾ, ਉਹਦੇ ਲਈ ਆਸਾੜ ਤਪਸ਼ ਵਾਲਾ ਨਹੀਂ ਗਾ, ਸੁਹੰਦਾ ਆ, ਬੜਾ ਸੁਹਾਵਨਾ ਆ। ਜਿਨ੍ਹਾਂ ਨੂੰ ਜੀਵਨ ਵਿੱਚ ਬੜੀ ਤਪਸ਼, ਬੜੀ ਘੁਟਨ ਅਤੇ ਬੜਾ ਜਿਹੜਾ ਹੈ ਤਕਲੀਫਾਂ, ਦੁੱਖ, ਵੇਦਨ ਇਹ ਮਹਿਸੂਸ ਹੁੰਦਾ ਆ, ਬਾਣੀ ਕਹਿ ਰਹੀ ਹੈ ਨਾਹ ਦਾ ਪੱਲਾ ਫੜ, ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਕਰ, ਜਗਜੀਵਨ ਪੁਰਖ ਨੂੰ ਤਿਆਗ ਨਾ, ਬਲਕਿ ਉਹਦੇ ਨਾਲ ਆਪਣੀ ਐਸੋਸੀਏਸ਼ਨ ਜਿਹੜੀ ਹੈ ਉਹਨੂੰ ਹੋਰ ਮਜ਼ਬੂਤ ਕਰ, ਉਹਨੂੰ ਬਿਲਟ ਕਰ ਪ੍ਰੋਪਰਲੀ, ਉਹਦੇ ਉੱਤੇ ਕੰਮ ਕਰ। ਉਹਦੇ ਸਦਕਾ ਹੀ ਤੇਰੇ ਜੀਵਨ ਵਿੱਚ ਖੁਸ਼ੀ, ਸੁੱਖ, ਸਕੂਨ ਅਤੇ ਚੜ੍ਹਦੀ ਕਲਾ ਆਏਗੀ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਇੱਥੇ ਹੀ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।